बिस्मिल्लाहिर्रहमानिर्रहीम। अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज आपकी मुलाकात एक ऐसे किसान से करवाई जाएगी जिनकी चौथी नस्ल गोट फार्मिंग का कारोबार कर रही है। इस वक्त इनके पास कुल 80 के करीब जानवर हैं, जिनमें से 40-50 बकरियां हैं और 35-40 बकरे हैं। बकरियों से रोज़ाना ये 2 मन दूध सेल करते हैं और 35-40 बकरे हर साल ईद पे सेल करते हैं। इनसे यकीनन आपको सीखने को बहुत कुछ मिलेगा। इनसे बात करने से पहले नए आने वाले दोस्तों से दरख्वास्त है कि सब्सक्राइब बटन दबाकर घंटी का निशान दबा दें ताकि फार्मिंग पर हर नई बनने वाली वीडियो की इत्तला आप तक बर वक्त पहुँच सके। तो चलें आज की वीडियो शुरू करते हैं। अस्सलाम वालेकुम। चाचा जी की हाल चाल है? खैर चाचा जी की ना अपना इकबाल। चाचा इकबाल ਕਿਹੜੇ ਪਿੰਡ ਦੇ ਰਹਾਇਸ਼ੀ ਜੇ ਤੁਸੀਂ? ਰਿਆਈ ਦੇ। ਤੇ ਜ਼ਿਲ੍ਹਾ ਕਿਹੜਾ ਹੈ? ਆਈ ਹੋਈ ਹੈ ਡਸਕਾ। ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਜ਼ਬਰਦਸਤ। ਚਾਚਾ ਬੱਕਰੀਆਂ ਦਾ ਕੰਮ ਕਿੰਨੇ ਅਰਸੇ ਤੋਂ ਕਰ ਰਹੇ ਹੋ? ਬੱਕਰੀਆਂ ਦਾ ਕੰਮ ਜੱਦੀ ਪੁਸ਼ਤੀ ਆ। ਜੱਦੀ ਪੁਸ਼ਤੀ ਸ਼ੁਰੂ ਤੋਂ ਹੀ? ਕਿੰਨਵੀਂ ਪੀੜ੍ਹੀ ਕਰਦੀ ਪਈ ਹੁਣ? ਚੌਥੀ ਪੰਜਵੀਂ ਪੀੜ੍ਹੀ। ਵਾਹ, ਫਿਰ ਤੇ ਤੁਸੀਂ ਕਮਾਲ ਦੇ ਗੁਰ ਹੋਣ ਦੇ ਤੁਹਾਡੇ ਕੋਲ। ਹੈ ਕੀਤੇ ਬੱਕਰੀਆਂ ਦੇ ਬਗੈਰ ਕੱਖ ਨਹੀਂ। ਬਸ ਇੱਥੇ ਕਮਾਈ ਦਾ ਵਾ, ਖਾਈ ਦਾ ਵਾ, ਇੱਥੋਂ ਹੀ ਹਰ ਕੰਮ ਕਰੀਦਾ। ਅੱਛਾ, ਤੇ ਇਸ ਟਾਈਮ ਕਿੰਨੇ ਕੁ ਜਾਨਵਰ ਰੱਖੇ ਜੇ ਇਸ ਸਾਲ? 35-40 ਹੈ ਜੀ। 35-40? ਤੇ 35-40 ਬੱਕਰੇ ਨੇ ਜਾਂ ਵਿੱਚ ਬੱਕਰੀਆਂ ਵੀ ਨੇ? ਉਹ ਬੱਕਰੀਆਂ ਤਾਂ ਵੱਖਰੀਆਂ ਨੇ ਤੇ ਬੱਕਰੀਆਂ ਵੱਖਰੀਆਂ ਨੇ। ਬੱਕਰੀਆਂ ਕਿੰਨੀਆਂ ਨੇ? ਬੱਕਰੀਆਂ 40 40-50 ਬੱਕਰੀਆਂ ਤੇ 35-40 ਬੱਕਰੇ, ਕੁੱਲ ਮਿਲਾ ਕੇ 70-80। ਮਾਸ਼ਾਅੱਲਾ। ਤੇ ਬੱਕਰੀਆਂ ਕਿੱਥੇ ਚਰਾਉਂਦੇ ਹੋ? ਬੱਕਰੀਆਂ ਉਹ ਅੱਗੇ ਚੁਗਦੀਆਂ ਹੋਣੀਆਂ। ਉਹਨੂੰ ਕੋਈ ਹੋਰ ਬੰਦਾ ਚਰਾ ਰਿਹਾ? 40 ਉਹ ਤੇ 40 ਹੈ। ਇਹਨਾਂ ਨੂੰ 80 ਨੂੰ ਕੁੱਲ ਕਿੰਨੇ ਬੰਦੇ ਸੰਭਾਲਦੇ ਹੋ? ਉਹ ਬੰਦਾ ਇਹ ਮੈਂ ਤਾਂ ਹੁਣ ਤੱਕ ਇਕੱਲੇ ਚਾਰਦਾ ਰਿਹਾ ਵਾਂ। ਅੱਛਾ ਜੀ। ਜ਼ਿੰਦਾਬਾਦ ਜ਼ਿੰਦਾਬਾਦ, ਛਾ ਗਏ ਤੁਸੀਂ ਤੇ ਫਿਰ ਲੇਕਿਨ ਬੱਕਰੇ ਤੇ ਬੱਕਰੀਆਂ ਨੂੰ ਅਲੱਗ-ਅਲੱਗ ਕਿਉਂ ਚਾਰਦੇ ਹੋ? ਇਹ ਹੁਣ ਇਹਨਾਂ ਨੂੰ ਵੇਚਣਾ ਨਹੀਂ। ਅੱਛਾ, ਵੇਚਣ ਵਾਸਤੇ ਲੈਦਾ ਕੀਤੀ। ਇਹ ਤੁਹਾਡੀ ਆਪਣੀਆਂ ਬੱਕਰੀਆਂ ਦੇ ਨਹੀਂ ਜਾਂ ਮੁੱਲ ਖਰੀਦੇ ਜੇ? ਨਿਆ ਵਿੱਚ ਜਿਹੜੇ ਵੱਡੇ ਨੇ ਆਪਣੀਆਂ ਬੱਕਰੀਆਂ ਦੇ, ਤੇ ਬਾਕੀ ਇਹ ਜਿਹੜੇ ਮੋਨੇ ਨੇ ਆ ਮੁੱਲ ਲਿਆਂਦੇ। ਇਹ ਕਿੱਥੋਂ ਲਿਆ ਕੇ ਲੈਂਦੇ ਹੈ? ਆਜ਼ਮ ਚੌਂਕ। ਆਜ਼ਮ ਚੌਕ। ਇਹ ਕਿਹੜੇ ਸ਼ਹਿਰ ਹੈ? ਡੇਰਾ ਉਰਾਂ। ਡੇਰਾ ਇਸਮਾਈਲ ਖਾਨ ਤੋਂ ਉਰਾਂ? ਹਾਂ। ਡੇਰਾ ਗਾਜ਼ੀ ਖਾਨ ਜਾਂ ਇਸਮਾਈਲ ਖਾਨ? ਡੇਰਾ ਗਾਜ਼ੀ ਖਾਨ। ਡੀ ਜੀ ਹਾਂ। ਅੱਛਾ ਸਰ ਜੀ, ਇਹ ਦੱਸਿਆ ਜੇ ਕਿ ਤੁਸੀਂ ਐਡੀ ਦੂਰ ਲੈਣ ਜਾਂਦੇ ਹੋ, ਉਹਦੀ ਕੀ ਖਾਸ ਵਜ੍ਹਾ? ਬਸ ਉਹ ਚਲੋ ਮਾਲ ਲੱਭਦਾ ਹੀ ਤਾਂ ਮਾਲ ਲੱਭਦੇ ਹੀ। ਅੱਛਾ, ਹਾਂਜੀ। ਉੱਥੋਂ ਸਹੀ ਮਾਲ ਲੱਭਦਾ? ਹਾਂ। ਤੇ ਉਧਰ ਦਾ ਮਾਲ ਇੱਧਰ ਆਉਂਦਾ ਤੇ ਉਹਨੂੰ ਕੁਛ ਹੁੰਦਾ ਨਹੀਂ? ਲੋਕ ਕਹਿੰਦੇ ਨੇ ਇਲਾਕਾ ਬਦਲੇ ਤੇ ਪਾਣੀ ਲਾਗ ਹੋ ਜਾਂਦਾ ਹੈ। ਪਾਣੀ ਲਾਗ ਐਵੇਂ ਹੋ ਜਾਂਦਾ। ਅੱਛਾ, ਕਿਉਂ ਹੁੰਦਾ? ਕੋਈ ਨਹੀਂ ਹੁੰਦਾ। ਤੇ ਜਿਨ੍ਹਾਂ ਲੋਕਾਂ ਨੂੰ ਹੁੰਦਾ ਉਹ ਕਿਉਂ ਹੁੰਦਾ? ਉਹ ਗੋਬਲਪੁਰ ਦੇ ਹੁੰਦੇ ਨੇ, ਉਹਨਾਂ ਨੂੰ ਪਾਣੀ ਲਾਗ ਹੁੰਦਾ। ਕਿਹੜੇ ਇਲਾਕਿਆਂ ਦਾ ਪਾਣੀ ਲਾਗ ਹੁੰਦਾ? ਪਾਣੀ ਲਾਗ ਬਹਾਵਲਪੁਰ ਦੇ ਹੁੰਦਾ ਵਾ ਤੇ ਜਾਂ ਰਾਜਨਪੁਰੀ ਨੂੰ। ਬਾਕੀਆਂ ਨੂੰ ਨਹੀਂ ਹੁੰਦਾ? ਤੇ ਉਹਨਾਂ ਦੀ ਨਸਲ ਦੀ ਵਜ੍ਹਾ ਤੋਂ ਹੁੰਦਾ ਜਾਂ ਉੱਥੇ ਵਪਾਰੀਆਂ ਉਹਨਾਂ ਨੂੰ ਕੁਝ ਪਾਇਆ ਹੁੰਦਾ ਹੈ? ਸਾਡਾ ਪਾਣੀ ਭਾਰਾ ਆਵੇ, ਉਹ ਪਾਣੀ ਖਾਰਾ ਆਵੇ। ਅੱਛਾ, ਪਾਣੀ ਦਾ ਵਾਧਾ ਘਾਟਾ ਆਵੇ। ਠੀਕ ਹੈ। ਤੇ ਚਾਚੋ ਇਹ ਗੱਲ ਮੈਨੂੰ ਦੱਸੋ, ਆਪਣੇ ਤਜਰਬੇ ਦੀ ਬੁਨਿਆਦ ਤੇ ਦੱਸਣੀ ਜੇ ਕਿ ਤੁਸੀਂ ਬੱਕਰੀਆਂ ਵੀ ਰੱਖੀਆਂ ਨੇ, ਬੱਕਰੇ ਵੀ ਰੱਖੇ ਨੇ, ਬਹੁਤਾ ਫਾਇਦਾ ਕਿਹਦੇ 'ਚ? ਫਾਇਦਾ ਇਹ ਕੁਰਬਾਨੀ ਦੇ ਵੇਚ ਲਈਦੇ ਨੇ। ਫਾਇਦਾ ਬੱਕਰੀਆਂ ਇਹ ਚੀਜ਼ ਹੈ। ਉਹ ਕਿਸ ਤਰ੍ਹਾਂ? ਹਾਂ, ਬੱਕਰੀਆਂ 'ਚ ਕਿੰਨਾ ਫਾਇਦਾ? ਬੱਕਰੀਆਂ ਦਾ ਫਾਇਦਾ ਇਹ ਵੇ, ਸੁੰਦੀ ਬੱਕਰੀ ਦਾ ਬੱਚਾ 10,000 ਦਾ 10,000 ਦਾ ਵੇਚ ਲਈਦਾ। ਅੱਛਾ, ਛੋਟੇ ਬੱਚੇ ਦਾ? ਆਹੋ, ਸਹੀ ਹੈ। ਦੁੱਧ ਲੈ ਜਾਂਦਾ, 100 ਰੁਪਏ ਕਿਲੋ ਦੁੱਧ ਵੇਚਦਾ ਵੇ। ਅੱਛਾ। ਤੇ 40 ਬੱਕਰੀਆਂ 'ਚ ਰੋਜ਼ਾਨਾ ਤੁਹਾਨੂੰ ਦੁੱਧ ਕਿੰਨਾ ਮਿਲ ਜਾਂਦਾ? ਉਹ ਦੁੱਧ ਤੇ ਆਪਣੇ ਪਾਏ ਦਾ ਕਿਸੇ ਚੋਣਾ ਹੁੰਦਾ ਵੇ। ਤੁਸੀਂ ਕਿੰਨਾ ਆਪਣੀ ਚਰਾਈ ਦਾ ਕਿਸੇ ਚੋਣਾ ਵੇ। ਤੁਸੀਂ ਕਿੰਨਾ ਚਾਹੁੰਦੇ ਹੋ? ਦੁੱਧ 2 ਮਣ ਪੀਂ ਦਿੰਦੀਆਂ ਨੇ। ਸੁਬਾਹ ਸ਼ਾਮ ਦਾ? ਆਹੋ, ਸੁਬਾਹ ਸ਼ਾਮ ਦਾ। ਸੁਬਾਹ ਸ਼ਾਮ। ਚਾਚਾ ਜੀ, ਸੁਬਾਹ ਸ਼ਾਮ ਦੇ 2 ਮਣ ਦੁੱਧ ਦੇਣ ਵਾਲੀਆਂ ਬੱਕਰੀਆਂ 40 ਵਿੱਚੋਂ ਦੁੱਧ ਕਿੰਨੀਆਂ ਦਿੰਦੀਆਂ ਨੇ? ਸਾਰੀਆਂ ਦਿੰਦੀਆਂ ਨੇ। ਸਾਰੀਆਂ ਹੀ? ਸਾਰੀਆਂ ਦਿੰਦੀਆਂ। ਸੂਈਆਂ ਪਿੱਛੋਂ ਜਾ ਵੀ ਪੀਂਦੇ ਨੇ ਨਾ। ਅੱਛਾ, ਜਾ ਪੀ ਕੇ ਵੀ 2 ਮਣ ਸੁਬਾਹ ਸ਼ਾਮ ਦਾ ਹੋ ਜਾਂਦਾ? ਹਾਂ। ਜ਼ਿੰਦਾਬਾਦ, ਤੁਸੀਂ ਤੇ ਛਾ ਗਏ ਹੋ। ਤੇ ਚਾਚਾ ਇਹ ਜਿਹੜੇ 40 ਬੱਕਰੇ ਨੇ, ਇਹਨਾਂ ਦੀ ਜਿਹੜੀ ਸੇਲ ਹੈ ਔਸਤਨ ਫੀ ਬੱਕਰਾ ਕਿੰਨੇ ਦਾ ਵਿਕ ਜਾਂਦਾ ਹੈ? ਇਹ ਬੱਕਰਾ ਫਰਕੋ ਫਰਕੀ, ਮਤਲਬ ਔਸਤਨ ਇੱਕ ਵਾਧਾ ਵੀ ਪਾ ਲਓ, ਘਾਟਾ ਵੀ ਪਾ ਲਓ, ਦਰਮਿਆਨੀ ਕੀਮਤ ਦੱਸੋ। ਵਿਕਰੀ ਆ ਹੀ ਜਾਂਦੀ ਹੈ 35-36 ਹਜ਼ਾਰ। 35,000 ਦਾ ਫੀ ਨਾਗ ਤੇ 40 ਨਾਗ ਤੁਸੀਂ ਹਰ ਸਾਲ ਵੇਚ ਲੈਂਦੇ ਹੋ ਤੇ ਰੋਜ਼ਾਨਾ ਦਾ 2 ਮਣ ਦੁੱਧ ਵੀ ਵੇਚਦੇ ਹੋ। ਕੁੱਲ ਤੁਹਾਡੇ ਕੋਲ 80 ਨਾਗ ਨੇ
ਤੁਸੀਂ ਤੇ ਕਮਾਲ ਕਰੀ ਜਾਂਦੇ ਹੋ ਪਏ ਕਿ ਤੁਸੀਂ ਦੱਸਿਆ ਕਿ ਤੁਸੀਂ 40 ਬੱਕਰੇ ਫੀ ਬੱਕਰਾ 30-35 ਹਜ਼ਾਰ ਦੀ ਉਸ ਵਿੱਚ ਨਿਕਲ ਜਾਂਦਾ। ਕੁਛ ਮਹਿੰਗੇ ਹੁੰਦੇ ਨੇ, ਕੁਛ ਸਸਤੇ, ਉਸ ਤੇ 35 ਹਜ਼ਾਰ ਦੀ ਹੁੰਦੀ ਹੈ। ਇਸ ਬੱਕਰੇ ਦਾ ਖਰਚਾ ਕਿੰਨਾ ਹੋਇਆ ਹੁੰਦਾ ਹੈ? ਖਰਚਾ ਜਦੋਂ ਹਿਸਾਬ ਕਰੀਏ ਨਾ ਖਰਚਿਆਂ ਦਾ ਫਿਰ ਪਤਾ ਲੱਗਦਾ ਕਿੰਨਾ ਹੁੰਦਾ। ਤਾਂ ਕੁਝ ਦੱਸੋ ਹਾਂ ਮੋਟਾ ਜਿਹਾ ਸਾਹਿਬ। ਇਹਨਾਂ ਦਾ ਖਰਚਾ ਆ ਹੀ ਜਾਣਾ ਕੋਈ 60,000 ਰੁਪਈਆ। 60,000 ਕਿੰਨੇ ਜਾਨਵਰਾਂ ਤੇ? ਇਹਨਾਂ ਦਾ ਆ ਹੀ ਜਾਣਾ 35 ਬੱਕਰੇ ਹਨ। 35 ਬੱਕਰੀਆਂ 60-65,000 ਰੁਪਈਆ। 60-65,000 ਕਿੰਨੇ ਮਹੀਨਿਆਂ ਦਾ ਖਰਚਾ ਹੈ? 2-3 ਮਹੀਨਿਆਂ ਦਾ। 3 ਮਹੀਨਿਆਂ ਦਾ? 3 ਮਹੀਨੇ 60-65,000 ਚ 4 ਕੇ ਪਾਲੇ ਨੇ ਤੁਸੀਂ ਕੀ ਇਹਨਾਂ ਨੂੰ ਵੰਡਾ ਪਾਇਆ? ਨਹੀਂ ਹੁਣ ਵੰਡਾ ਪਾ ਖਾਂਦੇ ਨੇ, ਵੰਡੇ ਦਾ ਹੀ ਖਰਚਾ ਹੋਣਾ ਨੇ, ਬਾਕੀ ਕੋਈ ਨਹੀਂ। ਇਹ ਵੰਡੇ ਦਾ ਖਰਚਾ ਬਾਕੀ ਉਹ 'ਚ ਚਾਰ ਦਾ ਹੀ ਹੋ ਤੁਸੀਂ। ਵਾਹ ਵਾਹ ਬਿਹਤਰੀਨ ਚਾਚਾ। ਚਾਚਾ ਤੁਸੀਂ ਦੱਸਿਆ ਕਿ ਤੁਸੀਂ ਇਕੱਲੇ ਬੰਦੇ ਸੰਭਾਲਦੇ ਰਹੇ ਹੋ, ਲੇਕਿਨ ਇਸ ਟਾਈਮ ਤੁਸੀਂ ਕੁਛ ਐਡੀਸ਼ਨਲ ਨਾਲ ਲਾਏ ਤੇ ਨੇ। ਚਾਚਾ ਇਹ ਦੱਸਿਆ ਜੇ ਕਿ ਬੱਕਰੀਆਂ ਨੂੰ ਮਸਾਇਲ ਕਿਹੜੇ ਹੁੰਦੇ ਨੇ, ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ? ਉਹ ਬਿਮਾਰੀਆਂ ਸਾਲੋ ਸਾਲ ਨਵੀਂ ਤੋਂ ਨਵੀਂ ਨਿਕਲ ਪੈਂਦੀ। ਬਿਮਾਰੀ ਤੈਨੂੰ ਕਿਹੜੀ ਦੱਸੀਏ? ਪਰ ਹੁਣ ਆਜੜੀਆਂ ਨੂੰ ਪਤਾ ਹੈ ਨਾ, ਫਿਰ ਹੱਲ ਉਹਦਾ ਅਸੀਂ ਤੇ ਤੁਹਾਡੇ ਕੋਲ ਨਵੀਂ ਬਿਮਾਰੀ ਹਾਂ ਵੇਖੀ ਹੈ। ਕੀ? ਅੱਜ ਤੱਕ ਵੇਖੀ ਨਹੀਂ। ਕਿਹੜੀ? ਹੈਂ ਬੱਕਰੀ ਛੁੜਕਦੀ ਸੀ ਤੇ ਨਾਲ ਹੀ ਲਾਲ ਹੋ ਜਾਂਦੀ ਸੀ ਜਾਂ ਮਰ ਜਾਂਦੀ ਸੀ। ਅੱਛਾ, ਤੇ ਫਿਰ ਕੀ ਹੱਲ ਕੀਤਾ ਹਜੇ? ਟੀਕੇ ਟੁਕੇ ਲਾਉਂਦੇ ਰਹੇ ਆ। ਨਹੀਂ ਤੇ ਜਿਹੜਾ ਬੂਟੀਆਂ ਵਾਲੇ ਇਲਾਜ ਨੇ ਉਹ ਨਹੀਂ ਕੋਈ ਪੁਰਾਣੇ ਇਲਾਜ ਦੱਸੋ? ਬੂਟੀਆਂ ਦਾ ਇਲਾਜ ਨਹੀਂ ਹੁਣ ਚੱਲਦੇ। ਅੱਛਾ, ਹੁਣ ਸਹੀ ਦੂਸਰੇ ਇਲਾਜ ਹੀ ਚੱਲਦੇ ਨੇ। ਤੇ ਬੱਕਰੀ ਦਾ ਥਣ ਘਟਿਆ ਹੋਇਆ ਤੇ ਪੂਰਾ ਕਿੰਜ ਕਰਾਈਦਾ? ਉਹਨੂੰ ਘਿਓ ਦੇਵੋ, ਦੁੱਧ ਤੇਲ ਦੇਵੋ, ਤੇ ਟੁਕੀ ਨੂੰ ਸਮਾਂ ਹੋ ਜਾਂਦਾ। ਟੁਕੀ ਨੂੰ ਉਮਰ ਕਿੰਨੀ ਹੁੰਦੀ ਹੈ, ਕਿੰਨੇ ਮਹੀਨੇ ਹੁੰਦੀ ਹੈ ਤੇ ਉਹਨੂੰ ਟੁਕੀ ਆਖੀਦਾ? 10-15 ਦਿਨ ਸੂਣ ਵਿੱਚ ਰਹਿੰਦੇ ਉਹਨੂੰ ਟੁਕੀ ਆਖੀਦਾ। ਤੇ ਉਹਨੂੰ 15 ਦਿਨ ਪਹਿਲੇ ਕਿੰਨਾ ਘਿਓ ਤੇ ਕਿੰਨਾ ਤੇਲ ਦੇਣਾ ਤੇ ਕਿਸ ਤਰ੍ਹਾਂ ਦੇਣਾ? ਤੇਲ ਅੱਧ ਪਾ ਤੇਲ ਰੋਜ਼ ਦਾ ਦੇ, ਇੱਕ ਦਿਨ ਦੇਵੋ ਇੱਕ ਦਿਨ ਨਾ ਦੇਵੋ। ਤੇ ਘਿਓ ਵੀ ਹਾਂਜੀ ਇੱਕ ਦਿਨ ਦੇਵੋ ਇੱਕ ਦਿਨ ਨਾ। ਯਾਨੀ ਇੱਕ ਦਿਨ ਅੱਧ ਪਾ ਤੇਲ ਦੇ ਲਓ ਤੇ ਇੱਕ ਦਿਨ ਅੱਧ ਪਾ ਘਿਓ ਦੇ ਲਓ। ਜਿਹਨੂੰ ਤੇਲ ਦੇਣਾ ਉਹਨੂੰ ਤੇਲ ਹੀ ਦੇਣਾ, ਜਿਹਨੂੰ ਘਿਓ ਦੇਣਾ ਉਹਨੂੰ ਘਿਓ ਹੀ ਦੇਣਾ। ਉਹ ਦੋਏ ਕਿਉਂ ਨਹੀਂ ਦੇ ਸਕਦੇ? ਦੋਵੇਂ ਚੀਜ਼ਾਂ ਨਹੀਂ ਅਸਰ ਕਰਦੀਆਂ। ਅੱਛਾ, ਤੇ ਤੇਲ ਕਿਹਨਾਂ ਨੂੰ ਦਈਦਾ ਤੇ ਘਿਓ ਕਿਹਨਾਂ ਨੂੰ ਦਈਦਾ? ਉਹ ਤੇ ਆਪਣੀ ਮਰਜ਼ੀ ਦਾ ਕਿਸੇ ਦੇਣਾ, ਜਿਹਨੂੰ ਦਿਲ ਕਰੇ ਤੇਲ ਦੇ ਲਵੋ, ਜਿਹਨੂੰ ਦਿਲ ਕਰੇ ਘਿਓ ਦੇ ਲਵੋ। ਮੌਸਮ ਤੇ ਨਹੀਂ ਡਿਪੈਂਡ ਕਰਦਾ ਸਰਦੀ ਗਰਮੀ ਚ? ਨਹੀਂ, ਸਰਦੀਆਂ 'ਚ ਤੇਲ ਦਿੱਤਾ ਜਾ ਸਕਦਾ? ਮਿੱਠਾ ਤੇਲ ਦੇਵੋ ਤਿਲਾਂ ਦਾ। ਆਹੋ, ਤੇ ਉਹ ਠੀਕ ਹੈ। 15 ਦਿਨ ਦੇ ਵਿੱਚ ਅੱਧ ਪਾ 7 ਦਿਨ ਬਣ ਗਏ, ਫਿਰ ਉਹ ਖਰਾਬ ਤੇ ਨਾ ਲੱਗੇ ਦਾ ਗਰਮ ਬਹੁਤਾ? ਕੁਛ ਨਹੀਂ ਹੁੰਦਾ। ਚਾਚਾ ਇੱਕ ਗੱਲ ਤੁਹਾਨੂੰ ਪੁੱਛਣੀ ਹੈ, ਬੱਕਰੀ ਅਗਰ ਕਿਸੇ ਦੂਜੇ ਥਾਂ ਲਿਆਉਣੀ ਹੋਏ ਤੇ ਹੋਏ ਉਹ ਸੂਣ ਵਾਲੀ, ਤੇ ਕਿੰਨੇ ਦਿਨ ਰਹਿੰਦੇ ਹੋਣ ਤੇ ਬੰਦਾ ਲੈ ਆਏ, ਮਤਲਬ ਜਿਹਨੂੰ ਸਫਰ ਦਾ ਕੁਛ ਨਹੀਂ ਹੁੰਦਾ? ਕੁਛ ਵੀ ਨਹੀਂ ਹੁੰਦਾ, ਭਾਵੇਂ ਥੋੜੇ ਦਿਨ ਵੀ ਰਹਿੰਦੇ ਹੋਣ। ਲੋਕ ਕਹਿੰਦੇ ਨੇ ਹਮਲ ਖਰਾਬ ਹੋ ਜਾਂਦਾ। ਕੁਛ ਵੀ ਨਹੀਂ ਹੁੰਦਾ। ਅੱਛਾ, ਆ ਭੈਣ ਜਾਵੀਆਂ ਤੇ ਆ ਟੁਕੀਆਂ ਵੇਚ ਛੱਡੀ ਦੀਆਂ, ਲੈ ਆਈ ਦੀਆਂ, ਕੱਖ ਵੀ ਨਹੀਂ ਹੁੰਦਾ। ਕੱਖ ਨਹੀਂ ਹੁੰਦਾ? ਤੇ ਲਿਆਉਣ ਲੱਗਿਆ ਫਿਰ ਕਿਹੜੀ ਹਥਿਆਰ ਕਰਨੀ ਚਾਹੀਦੀ ਕਿ ਉਹਨਾਂ ਨੂੰ ਨੁਕਸਾਨ ਨਾ ਹੋਏ? ਕੁਛ ਵੀ ਨਹੀਂ ਹੁੰਦਾ, ਭਾਵੇਂ ਕਾਦੇ ਤੇ ਲੈ ਆਵੋ। ਅੱਛਾ ਜੀ, ਤੋਰ ਕੇ ਲੈ ਆਵੋ, ਗੱਡੀ ਤੇ ਲੈ ਆਵੋ, ਕੁਛ ਵੀ ਨਹੀਂ ਹੁੰਦਾ। ਠੀਕ ਹੈ। ਚਾਚਾ ਤੁਹਾਨੂੰ ਇੱਕ ਚੀਜ਼ ਪੁੱਛਾਂਗਾ ਕਿ ਤੁਹਾਨੂੰ ਸਭ ਤੋਂ ਅੱਛੀ ਨਸਲ ਕਿਹੜੀ ਲੱਗੀ? ਤੁਹਾਡੀ ਫੇਵਰੇਟ ਨਸਲ ਕਿਹੜੀ ਹੈ? ਸਾਡੇ ਸਿਆਲਕੋਟੀ ਇਹ ਨਸਲ ਚੱਲਦੀ ਹੈ। ਤੁਹਾਡੀ ਫੇਵਰੇਟ ਕਿਹੜੀ? ਤੁਹਾਡੀ ਸਿਆਲਕੋਟੀ ਫੇਵਰੇਟ ਹੈ? ਹਾਂ। ਤੇ ਜਿਹੜੀਆਂ ਮੱਖੀਆਂ ਚੀਨੀਆਂ ਨੇ ਉਹ ਨਹੀਂ ਫੇਵਰੇਟ ਤੁਹਾਡੀਆਂ? ਉਹ ਮੱਖੀਆਂ ਚੀਨੀਆਂ ਸਿਆਲਕੋਟੀ, ਇਹਨਾਂ ਦਾ ਬੋਰੀਆਂ ਵੀ ਤਾਂ ਮੱਖੀਆਂ ਚੀਨੀਆਂ ਵੀ ਉਹ ਇੱਕੋ ਹੀ ਕੁਛ ਨੇ? ਹਾਂਜੀ। ਠੀਕ ਹੈ। ਤੇ ਚਾਚਾ ਉਹਦੀ ਕੀ ਖੂਬੀ ਹੈ ਕਿ ਤੁਹਾਨੂੰ ਉਹ ਪਸੰਦ ਹੈ? ਸਾਡੇ ਜੱਦੀ ਪੁਖਤੀ ਚੱਲਦੀਆਂ ਨੇ ਪਈਆਂ। ਤੁਸੀਂ ਟੈਡੀ ਤੇ ਦੋਗਲੀਆਂ ਕਿਉਂ ਨਹੀਂ ਰੱਖਦੇ? ਨਾ, ਆਂਦੇ ਨੇ ਟੈਡੀ ਬੱਚੇ ਬੜੇ ਦਿੰਦੀਆਂ ਨੇ, ਜੋ ਪਾਓ ਖਾਈ ਜਾਂਦੀਆਂ ਨੇ। ਉਹ ਜਿੰਨੇ ਮਰਜ਼ੀ ਨੇ ਬੱਚੇ ਪਈਆਂ ਦੇਣ, ਸਾਡੇ ਨਹੀਂ ਉਹ ਬਾਰੇ ਚ। ਉਹਦੇ ਚ ਕੀ ਖਰਾਬੀ ਹੈ? ਉਹ ਅੱਜ ਤੱਕ ਰੱਖੀਆਂ ਹੀ ਨਹੀਂ ਦੇ। ਅੱਛਾ, ਤੇ ਜਿਹੜੀ ਚੀਜ਼ ਨਾ ਰੱਖੀ ਹੋਏ ਤੁਹਾਨੂੰ ਨਹੀਂ ਰੱਖਣਾ ਹੁੰਦਾ? ਜਿਨ੍ਹਾਂ ਲੋਕਾਂ ਰੱਖੀਆਂ ਨੇ ਤੁਸੀਂ ਕੀ ਸਮਝਦੇ ਹੋ ਕਿ ਟੈਡੀਆਂ ਵਾਲੇ ਫਾਇਦੇ ਚ ਨਹੀਂ ਜਾਂ ਦੇਸੀਆਂ ਵਾਲੇ? ਉਹ ਆਪੋ ਆਪਣੇ ਜੈਨ ਦੀ ਗੱਲ ਵੇ। ਆਹ ਤੈਨੂੰ ਦੱਸਿਆ ਨੇ, ਆਹ ਤੋੜੋ ਰੱਖੀਆਂ ਹੀ ਦੇਸੀ ਨੇ। ਆਹ ਤਾਂ ਟੈਡੀ ਬੱਕਰੀ ਨੇ ਵਿੱਚ ਕਦੇ ਵੜਨ ਦਿੱਤੀ ਤੇ ਜਿਹੜੇ ਤੁਹਾਡੀਆਂ 40 ਬੱਕਰੀਆਂ ਉਹਨਾਂ ਵਿੱਚ ਅੰਡ ਲੈ ਕਿੰਨੇ ਰੱਖਦੇ ਹੋ? ਇੱਕੋ ਹੀ। ਇੱਕ? ਤੇ ਜਿਹੜੇ ਬਾਕੀ ਦਿਨਾਂ ਨੂੰ ਖੱਸੀ ਕਰਾ ਹਟਦੇ ਹੋ? ਕਿੰਨੇ ਮਹੀਨੇ ਦੀ ਉਮਰ ਚ ਖੱਸੀ ਕਰਾਉਂਦੇ ਹੋ? ਉਹ ਸਾਡੇ ਖੱਸੀ ਕਰਵਾਉਣ ਨੂੰ ਸਾਡਾ ਇਹ ਦਿਲ ਜੰਮਦੇ ਮਲ ਛੱਡੀਏ। ਕਿੰਜ ਆਪ ਹੀ ਕਰ ਲੈਂਦੇ ਹੋ? ਆਪੀ ਵੀ ਕਰ ਲਈਦੇ ਨੇ। ਕਿੰਜ ਕਰ ਲੈਂਦੇ ਹੋ? ਉਹ ਪੋਟਿਆਂ ਮਲ ਛੱਡੀ ਦੇ ਨੇ। ਪੋਟਿਆਂ ਨਾਲ ਮਲ ਛੱਡਦੇ ਹੋ? ਜੰਮਦੇ ਹੀ ਖੱਸੀ ਕਰ ਹਟਦੇ ਹੋ? ਅੱਛਾ ਚਾਚਾ ਜੀ, ਤੁਸੀਂ ਤੇ ਬੜੇ ਕਾਰੀਗਰ ਬੰਦੇ ਜੇ। ਦੱਸੋ ਜੀ ਕਿਸ ਤਰ੍ਹਾਂ ਹੁੰਦਾ ਹੈ ਮਾਲ ਕੇ? ਉਹ ਸਾਹ ਲਈਏ ਤਾਂ ਜਗ੍ਹਾ ਪੋਟਿਆਂ ਨਾਲ ਮਲ ਛੱਡੀਏ, ਗਿਲਾ ਗਿਲਾ ਸਾਹ ਲੈ ਕੇ ਗਿਲਾ ਗਿਲਾ ਜਾ ਮਲ ਛੱਡੀਏ। ਤੇ ਉਹਦੇ ਚ ਕੋਈ ਇਨਫੈਕਸ਼ਨ ਤੇ ਨਹੀਂ ਹੋ ਜਾਂਦਾ? ਨਾ, ਠੀਕ ਰਹਿੰਦਾ? ਮਸਲਾ ਕੋਈ ਬਿਮਾਰੀ ਕਿੰਨਾ ਚਿਰ ਮਲਣਾ ਪੈਂਦਾ? ਉਹ 5 ਮਿੰਟ 2 ਵਾਰੀ ਐਂ ਕਰੀਏ ਤੇ ਲੈ ਲਾ ਖੱਸੀ ਬਹਿ ਜਾਂਦਾ ਜੰਮਦਾ। ਅੱਛਾ, ਤੇ ਚਾਚਾ ਜਿਹੜਾ ਅੰਡ ਲੈ ਬੱਕਰੀਆਂ ਚ ਰੱਖਣਾ ਹੁੰਦਾ ਉਹ ਕਿਹੜੀ ਨਸਲ ਦਾ ਹੋਣਾ ਚਾਹੀਦਾ? ਸਿਆਲਕੋਟੀ। ਉਹ ਵੀ ਸਿਆਲਕੋਟੀ ਹੋਣਾ ਚਾਹੀਦਾ? ਚਾਚਾ ਹੋਰ ਵੀ ਇਲਾਕੇ ਦੀ ਨਸਲਾਂ ਨੇ, ਨਾਗਰੀਆਂ,
बीतल नागरियां कालियां विच ही होइयां ने ते नहीं नागरियां ते सियालकोटी मुख्तलिफ नहीं नागरियां कालियां बकरियां च होइयां ने उत्ते बूरा बकरा पवे बकरी काली होवे ते नागरी हो जांदी है। अच्छा काली बकरी जेहड़ी है वो सिंधी है कि सियालकोटी है? अंबरसरी अमृतसरी अमृतसरी बकरी ते सियालकोटी बकरा पे ते नागरी निकल आउंदी। ਤੁਹਾਡੇ ਕੋਲ ਇੱਕ ਚੀਜ਼ ਨੂੰ ਪੁੱਛਣੀ ਹੈ ਅੰਮ੍ਰਿਤਸਰੀ ਨਾਗਰੀ ਸਿਆਲਕੋਟੀ ਤੇ ਸਿੰਧੀ ਬੱਕਰੀ ਇਹਨਾਂ ਚ ਬਿਹਤਰ ਕਿਹੜੀ ਸਾਰੀਆਂ ਦੇਸੀ ਹੋਣਦੀਆਂ ਸਿੰਧੀਆਂ ਦਾ ਨਹੀਂ ਸਾਨੂੰ ਪਤਾ ਨਾ ਅੱਜ ਤੱਕ ਰੱਖੀ ਹੈ। ਅੱਛਾ ਕਮੂਰੀ ਸ਼ਮੂਰੀ ਵੀ ਨਹੀਂ ਰੱਖੀ ਤੁਹਾਡੀਆਂ ਬੱਕਰੀਆਂ ਨੇ ਤੁਸੀਂ ਵੇਚਦੇ ਵੀ ਹੋ? ਆਹੋ ਤੇ ਛੋਟੀਆਂ ਪੱਠਾਂ ਵੇਚਦੇ ਹੋ ਜਾਂ ਵੱਡੀਆਂ ਕਰਕੇ? ਵੱਡੀਆਂ ਵੱਡੀਆਂ ਸੂਣ ਵਾਲੀਆਂ ਤੇ ਬੱਕਰੇ ਉਹ ਵੇਚਦੇ ਹੋ? ਕੋਈ ਫੋਨ ਨੰਬਰ ਹੈ ਤੁਹਾਡੇ ਨਾਲ ਅਗਰ ਕੋਈ ਰਾਬਤਾ ਕਰਨਾ ਚਾਹੇ? ਹਾਂ ਬੋਲਿਆ ਜੇ नंबर बोलिया नंबर दसो 0307 0307 अगे 36 अगे 80 755 0307 36 80 955 755 ठीक हो गया। आज साहब नंबर गलत कराने लगे हो हुण ए दस्सिया जे कि जेहड़ी मतलब कि छोटी सूण वाली पट्ठ है पहले सूए दी सूण वाली है किन्ने दी मिल जाएगी तुहाडे कोल देसी? वो जिवें दी बकरी होवे उवें दा मुल होवे। घट तो घट किन्ने दी ते ज्यादा किन्ने दी? ਜਿਹੜੀ ਚੰਗੀ ਪੱਠ ਵੇ ਉਹ ਅਸੀਂ 40-50 ਤੋਂ ਘੱਟ ਨਹੀਂ ਦਿੰਦੇ ਤੇ ਜਿਹੜੀ ਮਾੜੀ ਹੈ ਉਹ ਮੈਂ ਤਾਂ ਪਹਿਲੂ ਦੱਸਿਆ ਨਹੀਂ ਮਾੜੀ ਕਿੰਨੇ ਦੀ? 30 ਤੇ ਜ਼ਿਆਦਾ ਚੰਗੀ ਤੇ ਜ਼ਿਆਦਾ ਚੰਗੀ ਤੈਨੂੰ ਦੱਸਿਆ ਦਾ 60-70 ਦੀ ਵੀ ਲੱਖ ਦੀ ਵੀ ਬੱਕਰੀ ਅਸੀਂ ਵੇਚ ਛੱਡਨੇ। ਅੱਛਾ ਜਿਹੜੀ ਬੱਕਰੀ 60-70 ਦੀ ਹੁੰਦੀ ਹੈ ਉਹਦੇ ਚ ਕੀ ਖੂਬੀ ਹੁੰਦੀ ਹੈ? ਉਹ ਕਿਸ ਬਸ ਆਪੋ ਠਰਕ ਦੀ ਗੱਲ ਵੇ ਸੌਣ ਦੀ ਬੁਨਿਆਦ ਤੇ ਰੇਟ ਲੱਗਦਾ ਜਾਂ ਦੁੱਧ ਦੇ ਬੁਨਿਆਦ ਤੇ? ਸੌਣ ਦਾ ਰੇਟ ਹੁੰਦਾ। ਹਾਂਜੀ ਉਂਝ ਬੱਕਰੀ ਜਿਹੜੀ ਹੈ ਉਹ ਦੁੱਧ ਕਿੰਨਾ ਦਿੰਦੀ ਹੈ 2 ਟਾਈਮਾਂ ਦਾ ਜਿਹੜੀ ਚੰਗੀ ਬੱਕਰੀ ਹੈ? ਚੰਗੀ ਬੱਕਰੀ ਜਿਹੜੀ ਉਂਝ ਲੋਕ ਛਾਲਾਂ ਮਾਰਦੇ ਦੁੱਧ ਬੱਕਰੀ ਥੱਲੇ 2-3 ਕਿਲੋ ਹੀ ਹੁੰਦਾ ਹੋਵੇ। ਸਹੀ ਹੈ। ਆਹੋ ਤੇ ਚਾਚਾ ਉਹ ਤੁਹਾਡਾ ਚੀਨਾ ਲੈ ਲੈ ਖੱਟਾ ਚੀਨਾ ਇਹ ਸੋਹਣਾ ਲੱਗਣ ਡਿਆ ਬੈਠਾ ਪਿਆ ਮਾਸ਼ਾਅੱਲਾ ਇਹ ਕਿੰਨੇ ਦਾ ਵੇਚਣਾ ਜੇ? ਆਇਆ ਜਿਹੜਾ ਇਹਨੂੰ ਖੜਾ ਕਰਿਓ ਜੀ ਖੜਾ ਕਰੀ ਭਾਈ ਇਹਨੂੰ ਇਹ ਵੇਖ ਲਓ ਚਾਚੇ ਕੋਲ ਬੜਾ ਸੋਹਣਾ ਬੱਕਰਾ ਜੇ ਅਗਰ ਕਿਸੇ ਨਾਜ਼ਰੀ ਨੂੰ ਚਾਹੀਦਾ ਹੋਏ ਤਾਂ ਰਾਬਤਾ ਕਰ ਸਕਦਾ। ਨੰਬਰ ਖੱਟਾ ਚੀਨਾ ਜੇ ਤੇ ਇਹਦੀਆਂ ਅੱਖੀਆਂ ਜਿਹੜੀਆਂ ਨਾ ਆਪਣੀ ਮਿਸਾਲ ਆਪ ਜੇ ਤੇ ਇਹਨੂੰ ਤਾਂ ਨੂੰ ਕਰੋ ਤਾਂ ਨੂੰ ਚਾੜੋ ਹਾਂ ਜਰਾ ਇੱਧਰ ਲਿਆਓ ਫੇਰ ਕੇ ਪਤਾ ਚੱਲੇ। ਲਓ ਜੀ ਚਾਚਾ ਕੀ ਮੰਗਦੇ ਇਹਦਾ? 40 ਦਾ ਮਾਸ਼ਾਅੱਲਾ। ਤੇ ਚਾਚਾ ਕਿੰਨੀ ਉਮਰ ਦਾ ਬੱਕਰਾ? ਦੋਂਦਾ ਹੋ ਗਿਆ। ਦੋਂਦਾ ਹੋ ਗਿਆ। ਉਮਰ ਕਿੰਨੀ ਸੂ? ਉਹ ਗਿਆ 1.5 ਸਾਲ ਦਾ ਵੇ। 1.5 ਸਾਲ ਦਾ? ਉਹਦਾ ਕਰੋ ਦੰਦ ਨਹੀਂ ਹੁਣ ਨਿਕਲੇ? ਨਹੀਂ ਉਹ ਦੋਂਦਾ ਵਹਾਓਗੇ ਤੇ ਫੇਰ ਹੀ ਪਤਾ ਚੱਲਣਾ। ਲਓ ਲਓ ਜੀ ठीक है चलो खैर ठीक हो गया ज़बरदस्त चाचा बहुत शुक्रिया अस्सलाम वालेकुम।